ਸੁੱਖ ਦੇ ਨਾਲ ਦੁੱਖ ਕਿਵੇਂ ਮਿਲਦਾ ਹੈ, ਇਹਦੇ ਬਾਰੇ ਇੱਕ ਮਹਾਂਪੁਰਖ ਸਾਖੀ ਸੁਣਾਉਂਦੇ ਸਨ। ਕਹਿੰਦੇ ਨੇ ਵੀ ਜਿਹੜੇ ਕਬੀਰ ਭਗਤ ਜੀ ਦਾ ਲੋਈ ਨਾਲ ਵਿਆਹ ਹੋਇਆ ਸੀ, ਜਿਹੜੇ ਲੋਈ ਦੇ ਭਰਾ ਸਨ, ਕਬੀਰ ਜੀ ਦੇ ਰਿਸ਼ਤੇਦਾਰ ਸਨ, ਔਰ ਉਹਨਾਂ ਨੂੰ ਕੁਦਰਤੀ ਤੌਰ 'ਤੇ ਕਿਧਰੇ ਕੋਈ ਗੁਪਤ ਖਜ਼ਾਨਾ ਮਿਲ ਗਿਆ, ਮਾਇਆ ਬਹੁਤ ਮਿਲ ਗਈ। ਉਸ ਮਾਇਆ ਦੇ ਜ਼ਰੀਏ ਜਿਹੜਾ ਉਸ ਵੇਲੇ ਦਾ ਰਾਜਾ ਸੀ ਤੇ ਉਹਦੇ ਉਹ ਦਰਬਾਰੀ ਵੀ ਬਣ ਗਏ, ਕਿਉਂਕਿ ਮਾਇਆ ਧਾਰੀਆਂ ਦੀ ਸਰਕਾਰ ਦੇ ਵਿੱਚ ਆਸਾਨੀ ਨਾਲ ਪਹੁੰਚ ਹੋ ਜਾਂਦੀ ਹੈ। ਹੁਣ ਜਿਹੜੇ ਕਬੀਰ ਜੀ ਦੇ ਰਿਸ਼ਤੇਦਾਰ ਸਨ, ਹੁਣ ਉਹਨਾਂ ਦੀ ਸਰਕਾਰੇ ਦਰਬਾਰੇ ਵੀ ਪੁੱਛਗਿੱਛ ਹੋਣ ਲੱਗੀ ਤੇ ਰਾਜਾ ਵੀ ਉਹਨਾਂ ਨੂੰ ਪੁੱਛ ਕੇ ਸਲਾਹ ਲੈ ਕੇ ਕੰਮ ਕਰਨ ਲੱਗਿਆ ਤੇ ਉਹ ਬੜੇ ਹੰਕਾਰ ਵਿੱਚ ਆ ਗਏ। ਇੱਕ ਦਿਨ ਕੀ ਹੋਇਆ, ਕੋਈ ਦੂਸਰੇ ਰਾਜੇ ਵੱਲੋਂ ਕੁਝ ਆਦਮੀ ਆਏ ਔਰ ਉਹਨਾਂ ਨੇ ਰਾਜੇ ਦੇ ਪੁੱਤਰ ਨੂੰ ਰਿਸ਼ਤਾ ਕਰਨਾ ਸੀ, ਵਿਆਹ ਕਰਨਾ ਸੀ, ਤੇ ਉਹਨਾਂ ਨੇ ਆ ਕੇ ਵਜ਼ੀਰਾਂ ਨਾਲ ਹੀ ਸਲਾਹ ਕਰਨੀ ਸੀ ਨਾ। ਤੇ ਜਿਹੜੇ ਕਬੀਰ ਜੀ ਦੇ ਰਿਸ਼ਤੇਦਾਰ ਸਨ ਉਹੀ ਉਸ ਰਾਜੇ ਦੇ ਵਜ਼ੀਰ ਸਨ, ਸਲਾਹਕਾਰ ਸਨ, ਤੇ ਉਹਨਾਂ ਨੇ ਉਹਨਾਂ ਨਾਲ ਗੱਲ ਕੀਤੀ। ਤੇ ਉਹਨਾਂ ਨੇ ਕੀ ਕੀਤਾ, ਉਹਨਾਂ ਆਦਮੀਆਂ ਨੂੰ ਕੁਛ ਲਾਲਚ ਦਿੱਤਾ, ਕਿਉਂਕਿ ਮਾਇਆ ਇਹ ਕੰਮ ਕਰਵਾਉਂਦੀ ਹੈ। ਜਿਸ ਆਦਮੀ ਕੋਲ ਮਾਇਆ ਹੁੰਦੀ ਉਹ ਕਹਿੰਦਾ ਜੇ ਕੰਮ ਉਹ ਨਹੀਂ ਹੁੰਦਾ ਤੇ ਮਾਇਆ ਦੇ ਦਿਓ, ਰਿਸ਼ਵਤ ਦੇ ਦਿਓ ਤੇ ਅਗਲੇ ਦਾ ਮੂੰਹ ਬੰਦ ਕਰ ਦਿਓ। ਹੁਣ ਉਹਨਾਂ ਜਿਹੜੇ ਉਹ ਵਜ਼ੀਰ ਸਨ, ਉਹਨਾਂ ਨੇ ਉਹਨਾਂ ਬੰਦਿਆਂ ਨੂੰ ਮਾਇਆ ਦਿੱਤੀ, ਰਿਸ਼ਵਤ ਦਿੱਤੀ, ਤੇ ਉਹਨਾਂ ਨੂੰ ਕਹਿਣ ਲੱਗੇ, ਕਹਿੰਦੇ ਤੁਸੀਂ ਰਾਜੇ ਦੇ ਮੁੰਡੇ ਨੂੰ ਰਿਸ਼ਤਾ ਕਰੋਗੇ ਤੇ ਸਾਡੇ ਕੋਲ ਕਿਹੜਾ ਕਿਸੇ ਗੱਲ ਦੀ ਕਮੀ ਹੈ, ਤੁਸੀਂ ਰਾਜੇ ਦੀ ਲੜਕੀ ਦਾ ਤੇ ਸਾਡੇ ਮੁੰਡੇ ਨਾਲ ਹੀ ਰਿਸ਼ਤਾ ਕਰਵਾ ਦਿਓ ਤੇ ਅਸੀਂ ਤੁਹਾਨੂੰ ਬਹੁਤ ਕੁਝ ਦੇ ਸਕਦੇ ਹਾਂ। ਚਲੋ ਉਹਨਾਂ ਨੇ ਵਿਚਲੇ ਬੰਦਿਆਂ ਨੇ ਕੀ ਕੀਤਾ, ਜਿਹੜਾ ਰਾਜੇ ਦੀ ਲੜਕੀ ਦਾ ਰਿਸ਼ਤਾ ਸੀ ਤੇ ਉਹ ਹੁਣ ਇਹਨਾਂ ਦੇ ਗਾਂ ਮੁੰਡੇ ਦੇ ਨਾਲ ਤੈਅ ਕਰ ਦਿੱਤਾ। ਲਾਲਚ ਵਿੱਚ ਆ ਕੇ ਦੁਨੀਆ ਬਹੁਤ ਕੁਛ ਕਰਦੀ ਹੈ। ਤੇ ਹੁਣ ਉਧਰ ਜਦੋਂ ਇਹ ਬਰਾਤ ਨੂੰ ਸਜਾ ਕੇ ਤੇ ਪੂਰੀ ਸਾਜ ਧਾਜ ਦੇ ਨਾਲ ਹੁਣ ਉਸ ਦੂਸਰੇ ਰਾਜੇ ਦੇ ਜਾ ਕੇ ਹੁਣ ਮਹਿਮਾਨ ਬਣੇ ਵੀ ਹੁਣ ਅਸੀਂ ਰਾਜੇ ਦੀ ਲੜਕੀ ਨੂੰ ਵਿਆਹ ਕੇ ਲਿਆਉਣਾ ਹੈ। ਤੇ ਕਹਿੰਦੇ ਨੇ ਇਸ ਗੱਲ ਦਾ ਉਸ ਰਾਜੇ ਨੂੰ ਪਤਾ ਲੱਗ ਗਿਆ ਵੀ ਜਿਹੜੇ ਮੈਂ ਬੰਦੇ ਭੇਜੇ ਸਨ ਉਹਨਾਂ ਨੂੰ ਦੂਸਰੇ ਰਾਜੇ ਦੇ ਜਿਹੜੇ ਕੋਈ ਵਜ਼ੀਰ ਸਨ, ਮੰਤਰੀ ਸਨ, ਉਹਨਾਂ ਨੇ ਗਲਤ ਸਲਾਹ ਦਿੱਤੀ ਹੈ ਤੇ ਇਹ ਜਿਹੜਾ ਵਿਆਹ ਹੋ ਰਿਹਾ ਹੈ ਇਹ ਗਲਤ ਹੋ ਰਿਹਾ ਹੈ, ਕਿਉਂਕਿ ਰਾਜੇ ਦਾ ਵਿਆਹ ਕਿਸੇ ਰਾਜ ਘਰਾਣੇ ਵਿੱਚ ਹੋ ਸਕਦਾ ਹੈ, ਮੰਤਰੀ ਦਾ ਕਿਸੇ ਮੰਤਰੀ ਦੇ ਘਰਾਣੇ ਵਿੱਚ ਹੋ ਸਕਦਾ ਹੈ, ਪਰ ਮੇਰੀ ਲੜਕੀ ਦਾ ਹੁਣ ਇਹ ਰਾਜੇ ਦੇ ਘਰ ਦੇ ਵਿੱਚ ਹੀ ਰਿਸ਼ਤਾ ਹੋਣਾ ਚਾਹੀਦਾ ਸੀ। ਇਹ ਗੱਲ ਕੁਝ ਗਲਤ ਹੋਈ ਹੈ। ਚਲੋ ਹੌਲੀ ਹੌਲੀ ਪੁੱਛ ਪੜਤਾਲ ਕੀਤੀ ਗਈ, ਸਾਰੀ ਗੱਲ ਦਾ ਪਤਾ ਲੱਗ ਗਿਆ ਤੇ ਫਿਰ ਉਸ ਰਾਜੇ ਨੇ ਬਿਉਂਤ ਬਣਾਈ ਵੀ ਇਹ ਜਿਹੜੇ ਜੁਲਾਹੇ ਸਨ, ਮਾਇਆ ਦੇ ਹੰਕਾਰ ਦੇ ਵਿੱਚ ਆ ਕੇ ਇਹਨਾਂ ਨੇ ਆਪਣੀ ਜਾਤ ਨੂੰ ਲੁਕਾਇਆ ਤੇ ਨਾਲ ਮੇਰੇ ਨਾਲ ਧੋਖਾ ਕੀਤਾ ਤੇ ਇਹਨਾਂ ਨੂੰ ਇਸ ਦਾ ਬਦਲਾ ਮੈਂ ਜ਼ਰੂਰ ਚੁਕਾਵਾਂਗਾ। ਇਹ ਮਨ ਵਿੱਚ ਸੋਚ ਕੇ ਇਹਨੇ ਉਹਨਾਂ ਨੂੰ ਕੋਈ ਗੱਲ ਨਹੀਂ ਦੱਸੀ ਤੇ ਉਧਰ ਸਾਰੀ ਤਿਆਰੀ ਕਰ ਲਈ ਜਿੱਥੇ ਬਰਾਤ ਨੂੰ ਠਹਿਰਾਉਣਾ ਸੀ। ਤੇ ਉਸ ਮਕਾਨ ਦੇ ਹੇਠਾਂ ਉਹਨਾਂ ਨੇ ਪਹਿਲਾਂ ਹੀ ਤਿਆਰੀ ਕੀਤੀ ਹੋਈ ਸੀ, ਬਰੂਦ ਦਾ ਪਲੀਤਾ ਤੁਖਾ ਦਿੱਤਾ ਵੀ ਜਦੋਂ ਇੱਥੇ ਆਉਣਗੇ ਸਾਰੇ ਸਾਜ ਧਾਜ ਕੇ ਤੇ ਇੱਕੋ ਵਾਰੀ ਉਸ ਬਰੂਦ ਨੂੰ ਪਲੀਤਾ ਲਾਵਾਂਗੇ ਤੇ ਸਾਰਿਆਂ ਨੂੰ ਖਤਮ ਕਰ ਦੇਣਾ। ਕਿਉਂਕਿ ਜਿਹੜੇ ਵੱਡੇ ਲੋਕ ਹੁੰਦੇ ਨੇ, ਬਾਦਸ਼ਾਹ ਲੋਕ ਹੁੰਦੇ ਨੇ, ਉਹਨਾਂ ਦੀਆਂ ਇਹੋ ਜਿਹੀਆਂ ਨੀਤੀਆਂ ਅਕਸਰ ਹੁੰਦੀਆਂ ਨੇ। ਤੇ ਹੁਣ ਉਸ ਰਾਜੇ ਨੇ ਇਹ ਪ੍ਰੋਗਰਾਮ ਬਣਾ ਲਿਆ ਤੇ ਦੂਸਰੇ ਪਾਸੇ ਹੁਣ ਉਹ ਰਿਸ਼ਤੇਦਾਰ ਸਨ ਭਗਤ ਕਬੀਰ ਜੀ ਦੇ, ਉਹਨਾਂ ਨੇ ਭਗਤ ਕਬੀਰ ਜੀ ਨੂੰ ਵੀ ਸੁਨੇਹਾ ਭੇਜਿਆ, ਕਹਿਣ ਲੱਗੇ ਭਗਤ ਜੀ ਤੁਸੀਂ ਵੀ ਸਾਡੇ ਵਿਆਹ ਵਿੱਚ ਆ ਕੇ ਸ਼ਾਮਲ ਹੋਵੋ ਤੇ ਬੜੀ ਸਾਜ ਧਾਜ ਹੈ ਤੇ ਬੜੀ ਰੌਣਕ ਹੈ। ਤੇ ਭਗਤ ਜੀ ਕਹਿਣ ਲੱਗੇ ਭਗਤਾਂ ਤੈਸਾ ਸਾਰੀਆ ਜੋੜ ਕਦੇ ਨਾ ਆਇਆ, ਵੀ ਜਿਹੜੇ ਸੰਸਾਰੀ ਲੋਕਾਂ ਦੇ ਨਾਲ ਭਗਤਾਂ ਦਾ ਤਾਂ ਕੋਈ ਮੁਕਾਬਲਾ ਹੋ ਹੀ ਨਹੀਂ ਸਕਦਾ, ਬਈ ਤੁਸੀਂ ਵਿਆਹ ਕਰ ਲਓ ਜਿਵੇਂ ਕਰਨਾ, ਪਰ ਅਸੀਂ ਨਹੀਂ ਆਵਾਂਗੇ। ਫਿਰ ਤੁਹਾਨੂੰ ਪਤਾ ਹੈ ਵੀ ਮਾਈਆਂ ਬੀਬੀਆਂ ਦਾ ਸੁਭਾਅ ਕੁਛ ਵੱਖਰਾ ਜਿਹਾ ਹੁੰਦਾ ਹੈ। ਤੇ ਲੋਈ ਕਹਿਣ ਲੱਗੀ ਮੇਰੇ ਭਤੀਜੇ ਦਾ ਵਿਆਹ ਹੋਵੇ ਤੇ ਤੁਸੀਂ ਜਾਓ ਨਾ, ਇਹ ਗੱਲ ਕਿਵੇਂ ਹੋ ਸਕਦੀ ਹੈ, ਤੁਹਾਨੂੰ ਜਾਣਾ ਪੈਣਾ। ਭਗਤ ਜੀ ਕਹਿਣ ਲੱਗੇ ਲੋਈ ਕੀ ਲੈਣਾ ਇਹੋ ਜਿਹੇ ਵਿਆਹਾਂ ਤੋਂ, ਵੀ ਉਹ ਮਾਇਆ ਤਾਰੇ ਲੋਕ ਨੇ, ਆਪਾਂ ਨਹੀਂ ਜਾਣਾ। ਲੋਈ ਆਖੇ ਨਹੀਂ ਜਾਣਾ ਜ਼ਰੂਰ ਹੈ। ਤੇ ਅਖੀਰ ਤੱਕ ਉਹਨਾਂ ਦੇ ਘਰ ਦੇ ਵਿੱਚ ਝਗੜਾ ਹੁੰਦਾ ਰਿਹਾ। ਅਖੀਰ ਤੇ ਲੋਈ ਕਹਿਣ ਲੱਗੀ ਚਲੋ ਜੇ ਤੁਸੀਂ ਪਹਿਲਾਂ ਨਹੀਂ ਜਾਣਾ ਤੇ ਜਦੋਂ ਫੇਰੇ ਹੋਣਗੇ ਉਸ ਵੇਲੇ ਤਾਂ ਹਾਜ਼ਰੀ ਲਵਾ ਲਓ।
ਭਗਤ ਕਬੀਰ ਜੀ ਕਹਿੰਦੇ ਚਲੋ ਵੇਖਦੇ ਹਾਂ। ਤੇ ਭਗਤ ਜੀ ਦਾ ਅੰਦਰੋਂ ਤਾਂ ਮਨ ਨਹੀਂ ਸੀ ਚਾਹੁੰਦਾ, ਪਰ ਹੁਣ ਲੋਈ ਨੇ ਮਜਬੂਰ ਕੀਤਾ, ਘਰੋਂ ਤਾਂ ਤੁਰ ਪਏ। ਜਦੋਂ ਘਰੋਂ ਤੁਰੇ ਤੇ ਜਿੱਥੇ ਉਹ ਜਾ ਕੇ ਰਾਜੇ ਦੇ ਘਰ ਬਰਾਤ ਨੇ ਟੁਕਾਓ ਕਰਨਾ ਸੀ ਤੇ ਭਗਤ ਜੀ ਉੱਥੇ ਨਾ ਪਹੁੰਚੇ। ਤੇ ਭਗਤ ਜੀ ਬਾਹਰ ਹੀ ਕਿਸੇ ਥਾਂ ਦੂਰ ਕਿਸੇ ਟਿੱਲੇ ਤੇ ਚੜ੍ਹ ਕੇ ਬੈਠ ਗਏ ਤੇ ਉੱਥੇ ਬੈਠ ਕੇ ਵਾਹਿਗੁਰੂ ਦਾ ਭਜਨ ਕਰਨ ਲੱਗ ਪਏ। ਤੇ ਜਦੋਂ ਦਿਨ ਦੇ ਛਪਾ ਦਾ ਵਕਤ ਹੋਇਆ, ਹਾਲੇ ਵਿਆਹ ਤੇ ਹੋਣਾ ਹੀ ਸੀ, ਪਹਿਲਾਂ ਜਿਵੇਂ ਪਾਰਟੀ ਦਾ ਖਾਣ ਪੀਣ ਦਾ ਪ੍ਰਬੰਧ ਕੀਤਾ ਜਾਂਦਾ ਤੇ ਰਾਜੇ ਵੱਲੋਂ ਉਹ ਪ੍ਰਬੰਧ ਕੀਤਾ ਗਿਆ। ਤੇ ਜਦੋਂ ਜਿੰਨੇ ਜੁਲਾਹੇ ਸੀ, ਉਹਨਾਂ ਦੇ ਰਿਸ਼ਤੇਦਾਰ ਸੀ, ਉਹ ਸਾਰੇ ਜਦੋਂ ਇਕੱਠੇ ਹੋ ਕੇ ਗਏ ਤੇ ਅੰਦਰ ਉਹ ਆਪਣੀ ਪਾਰਟੀ ਤੇ ਖਾਣ ਪੀਣ ਕਰ ਰਹੇ ਸਨ। ਤੇ ਉਸੇ ਵੇਲੇ ਤੇ ਉਹ ਬਰੂਦ ਨੂੰ ਅੱਗ ਲਾ ਦਿੱਤੀ ਗਈ ਤੇ ਜਿੰਨੇ ਉਹ ਜੁਲਾਹੇ ਸੀ ਤੇ ਉਹ ਸਾਰੇ ਮਤਲਬ ਉਹ ਬਰੂਦ ਦੇ ਨਾਲ ਉੱਡ ਗਏ। ਤੇ ਜਦੋਂ ਹੁਣ ਉਧਰ ਤਾਂ ਬਰੂਦ ਭੜਕਿਆ, ਬਰੂਦ ਨੂੰ ਅੱਗ ਪਈ ਤੇ ਸਾਰਾ ਮਕਾਨ ਅੱਗ ਦੀਆਂ ਲਪਟਾਂ ਵਿੱਚ ਆ ਗਿਆ। ਤੇ ਜਿੰਨੇ ਜੁਲਾਹੇ ਸਨ ਸਨੇ ਲਾੜੇ ਦੇ ਸਾਰੇ ਉੱਥੇ ਸੜ ਕੇ ਤੇ ਸਾਰਿਆਂ ਦਾ ਤੂੰਬਾ ਉੱਡ ਗਿਆ। ਤੇ ਉਧਰੋਂ ਲੋਈ ਆਖੇ ਕਹਿਣ ਲੱਗੀ, ਲਓ ਮੇਰੇ ਭਤੀਜੇ ਦਾ ਤੇ ਵਿਆਹ ਹੋ ਗਿਆ, ਹੁਣ ਤੇ ਪਟਾਕੇ ਵੀ ਚੱਲਣ ਲੱਗ ਪਏ ਨੇ, ਹੁਣ ਤੇ ਆਤਿਸ਼ਬਾਜ਼ੀ ਵੀ ਚੱਲਣ ਲੱਗ ਪਈ ਹੈ, ਆ ਵੇਖੋ ਕਿਵੇਂ ਗੁਬਾਰੇ ਉੱਡਦੇ ਨੇ। ਤੇ ਭਗਤ ਜੀ ਹੱਸਣ, ਕਹਿੰਦੇ ਤੈਨੂੰ ਪਤਾ ਫੇਰ ਹੀ ਲੱਗੂਗਾ। ਤੇ ਜਦੋਂ ਫਿਰ ਥੋੜ੍ਹੀ ਦੇਰ ਬਾਅਦ ਉੱਥੇ ਜਾ ਕੇ ਵੇਖਿਆ ਤੇ ਉਸ ਵੇਲੇ ਉਹ ਸਾਰਿਆਂ ਦੀਆਂ ਲਾਸ਼ਾਂ ਖਿਲਰੀਆਂ ਪਈਆਂ, ਕੋਈ ਅੱਧ ਸੜਿਆ, ਕੋਈ ਪੂਰਾ ਸੜਿਆ, ਕਿਸੇ ਦੀ ਪਛਾਣ ਨਾ ਆਵੇ। ਫਿਰ ਲੋਈ ਰੋਵੇ, ਕਹਿੰਦੀ ਇਹ ਕੀ ਪਾਣਾ ਵਰਤਿਆ? ਕਹਿਣ ਲੱਗੇ ਇਹੀ ਤਾਂ ਗੱਲ ਹੈ, ਮਾਇਆ ਦੇ ਪਵਾੜੇ ਨੇ। ਸੁੱਖ ਮੰਗਤ ਦੁੱਖ ਆਗਲ ਹੋਏ। ਆਦਮੀ ਤਾਂ ਸੁੱਖ ਮੰਗਦਾ ਨਾ, ਮੈਨੂੰ ਸੁੱਖ ਮਿਲੇ, ਮਾਇਆ ਨਾਲ ਸੁੱਖ ਮਿਲਦਾ, ਇਸੇ ਲਈ ਮਾਇਆ ਮਗਰ ਅਸੀਂ ਫਿਰਦੇ ਹਾਂ। ਪਰ ਹਜ਼ੂਰ ਕਹਿੰਦੇ ਜਦੋਂ ਅਸੀਂ ਸੁੱਖ ਮੰਗਦੇ ਹਾਂ ਤੇ ਇਹਦੇ ਨਾਲ ਹੋਰ ਬਹੁਤਾ ਦੁੱਖ ਸਾਨੂੰ ਪ੍ਰਾਪਤ ਹੁੰਦਾ ਹੈ। ਸਗਲ ਵਿਕਾਰੀ ਹਾਰ ਪਰੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿੰਨੇ ਦੁਨੀਆ ਦੇ ਲੋਕ ਨੇ ਸਾਰੇ ਹੀ ਵਿਕਾਰੀ ਹੋ ਜਾਂਦੇ ਨੇ, ਕਿਉਂਕਿ ਜਿਹੜੇ ਮਾਇਆ ਧਾਰੀ ਨੇ, ਮਾਇਆ ਸਾਰੇ ਵਿਕਾਰ ਲਿਆਉਂਦੀ ਹੈ ਨਾਲ। ਜਿੰਨੇ ਮਾਇਆ ਧਾਰੀ ਨੇ ਉਹ ਸਾਰੇ ਵਿਕਾਰੀ ਹੋ ਜਾਂਦੇ ਨੇ ਤੇ ਵਿਕਾਰੀ ਹੋ ਕੇ ਹਾਰ ਪਰੋਏ, ਤੇ ਜਿਹੜੇ ਉਹ ਪਾਪਾਂ ਦੇ ਹਾਰ ਗਲ ਦੇ ਵਿੱਚ ਪਰੋ ਕੇ ਪਾਉਂਦੇ ਹਨ। ਏਕ ਬਿਨਾ ਝੂਠੇ ਮੁਕਤ ਨਾ ਹੋਏ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇੱਕ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਵੀ ਝੂਠੇ ਸੁੱਖਾਂ ਦੇ ਵਿੱਚ ਲੱਗ ਕੇ ਆਦਮੀ ਕਦੇ ਵੀ ਮੁਕਤ ਨਹੀਂ ਹੋ ਸਕਦਾ। ਇਸ ਲਈ ਤੁਸੀਂ ਝੂਠੇ ਸੁੱਖਾਂ ਮਗਰ ਨਾ ਲੱਗੋ। ਸਤਿਗੁਰੂ ਦਾ ਉਪਦੇਸ਼ ਹੈ, ਸੱਚੇ ਸੁੱਖ ਦੀ ਤਲਾਸ਼ ਕਰਨੀ ਚਾਹੀਦੀ ਹੈ। ਕਰ ਕਰ ਕਰਤਾ ਦੇਖੈ ਸੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਕਰਤਾ ਪੁਰਖ ਵਾਹਿਗੁਰੂ ਸਭ ਨੂੰ ਪੈਦਾ ਕਰ ਕਰਕੇ ਦੇਖੈ ਸੋਏ। ਤੇ ਫਿਰ ਉਹ ਵਾਹਿਗੁਰੂ ਸਾਰਿਆਂ ਦੀ ਨਿਗਰਾਨੀ ਤੇ ਨਜ਼ਰਸਾਨੀ ਵੀ ਕਰ ਰਿਹਾ ਹੈ। ਸਾਰੇ ਸੰਸਾਰ ਨੂੰ ਪੈਦਾ ਵੀ ਉਹੀ ਕਰਦਾ ਹੈ, ਜੀਵ ਸ੍ਰਿਸ਼ਟੀ ਵੀ ਸਾਰੀ ਉਹੀ ਪੈਦਾ ਕਰਦਾ ਹੈ ਤੇ ਸਾਰਿਆਂ ਦੀ ਸੰਭਾਲ ਵੀ ਤੇ ਨਿਗਰਾਨੀ ਵੀ ਉਹੀ ਵਾਹਿਗੁਰੂ ਕਰਦਾ ਹੈ। ਤ੍ਰਿਸ਼ਨਾ ਅਗਨ ਸ਼ਬਦ ਬੁਝਾਏ। ਲਉਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੁਰਮੁਖਾਂ ਦੀ ਅਵਸਥਾ ਬਿਆਨ ਕਰਨ ਲੱਗੇ ਹਨ। ਜਿਹੜੇ ਗੁਰਮੁਖ ਵਿਅਕਤੀ ਹਨ, ਤ੍ਰਿਸ਼ਨਾ ਅਗਨ ਸ਼ਬਦ ਬੁਝਾਏ, ਉਹ ਗੁਰੂ ਸ਼ਬਦ ਦੀ ਟੇਕ ਲੈ ਕੇ ਨਾਮ ਬਾਣੀ ਦਾ ਅਭਿਆਸ ਕਰਕੇ ਉਹ ਤ੍ਰਿਸ਼ਨਾ ਦੀ ਅੱਗ ਨੂੰ ਸ਼ਾਂਤ ਕਰ ਲੈਂਦੇ ਨੇ। ਕਿਉਂਕਿ ਤ੍ਰਿਸ਼ਨਾ ਦੀ ਅੱਗ ਹੈ ਜਿਹੜੀ ਕਿਸੇ ਤਰ੍ਹਾਂ ਵੀ ਬੁਝਦੀ ਨਹੀਂ ਹੈ। ਗੁੱਜੀ ਪਾਹੇ ਜਲੈ ਸੰਸਾਰਾ ਭਗਤ ਨਾ ਵਿਆਪੈ ਮਾਇਆ। ਇਹ ਗੁੱਜੀ ਅੱਗ ਹੈ ਜੋ ਸਾਡੇ ਅੰਦਰ ਨੂੰ ਸਾੜਦੀ ਰਹਿੰਦੀ ਹੈ। ਸਹਿਸ ਕਟੇ ਲੱਖ ਕੋ ਉਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਇਹ ਤ੍ਰਿਸ਼ਨਾ ਦੀ ਅਗਨੀ ਹੈ। ਹਜ਼ੂਰ ਕਹਿੰਦੇ ਨੇ ਗੁਰਮੁਖ ਵਿਅਕਤੀ ਗੁਰੂ ਕੇ ਸ਼ਬਦ ਦਾ ਅਭਿਆਸ ਕਰਕੇ ਤ੍ਰਿਸ਼ਨਾ ਦੀ ਅੱਗ ਨੂੰ ਬੁਝਾ ਲੈਂਦਾ ਹੈ। ਦੂਜਾ ਭਰਮ ਸਹਿਜ ਸੁਭਾਏ। ਤੇ ਫਿਰ ਜਿਹੜਾ ਦੂਜਾ ਭਰਮ ਹੈ, ਭਾਵ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਹੋਰ ਕਿਸੇ ਵੀ ਚੀਜ਼ ਦੇ ਵਿੱਚ ਸੁੱਖ ਨਹੀਂ ਹੈ। ਬਿਨ ਹਰ ਨਾਮ ਨਾ ਸ਼ਾਂਤ ਹੋਏ, ਕਿਤ ਬਿਦ ਮਨ ਧੀਰੇ। ਇਹ ਜਿਹੜਾ ਦੂਜਾ ਭਰਮ ਹੈ ਨਾ, ਵੀ ਨਾਮ ਤੋਂ ਬਿਨਾਂ ਹੋਰ ਵੀ ਚੀਜ਼ਾਂ ਵਿੱਚ ਸੁੱਖ ਹੈ, ਇਹ ਜਿਹੜਾ ਦੂਜਾ ਭਰਮ ਹੈ ਸਹਿਜ ਸੁਭਾਏ, ਇਹਨੂੰ ਵੀ ਸੁਤੇ ਸਿੱਧ ਹੀ ਗੁਰਮੁਖ ਜਨ ਦੂਰ ਕਰ ਦਿੰਦਾ ਹੈ। ਗੁਰਮਤੀ ਨਾਮ ਹਿਰਦੈ ਵਸਾਏ। ਤੇ ਫਿਰ ਗੁਰਮੁਖ ਵਿਅਕਤੀ ਕਰਦਾ ਕੀ ਹੈ? ਹਜ਼ੂਰ ਕਹਿੰਦੇ ਨੇ ਜਿਹੜਾ ਗੁਰਮੁਖ ਵਿਅਕਤੀ ਹੈ, ਗੁਰਮਤੀ ਨਾਮ ਹਿਰਦੈ ਵਸਾਏ, ਉਹ ਗੁਰੂ ਦੀ ਮੱਤ ਸਿੱਖਿਆ ਨੂੰ ਲੈ ਕੇ
ਤੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ। ਸਾਚੀ ਬਾਣੀ ਹਰ ਗੁਣ ਗਾਏ। ਤੇ ਇਹਦੇ ਨਾਲ ਹੀ ਆ ਜੋ ਸੱਚੀ ਬਾਣੀ ਹੈ, ਇਹ ਜਿਹੜੀ ਸਤਿਗੁਰੂ ਦੀ ਬਾਣੀ ਇਹੀ ਸੱਚੀ ਬਾਣੀ ਹੈ। ਤੇ ਹੋਰ ਬਾਣੀਆਂ ਬਾਰੇ ਸਤਿਗੁਰੂ ਦਾ ਹੁਕਮ ਹੈ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਹਜ਼ੂਰ ਕਹਿੰਦੇ ਨੇ ਉਹ ਸੱਚੀ ਬਾਣੀ ਦੁਆਰਾ ਹਰ ਗੁਣ ਗਾਏ ਤੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਹੈ। ਇਸ ਢੰਗ ਦੇ ਨਾਲ ਉਹਨੂੰ ਆਤਮਿਕ ਸੁਖ, ਸदैवी ਸੁਖ ਪ੍ਰਾਪਤ ਹੋ ਜਾਂਦਾ ਹੈ। ਤਨ ਮਹਿ ਸਾਚੋ ਗੁਰਮੁਖ ਭਾਉ। ਲੋ ਹਜ਼ੂਰ ਕਹਿੰਦੇ ਨੇ ਤਨ ਮਹਿ ਸਾਚੋ। ਸਾਨੂੰ ਮਹਾਰਾਜ ਜੀ ਦੱਸੋ ਉਹ ਰੱਬ ਕਿੱਥੇ ਹੈ? ਹਜ਼ੂਰ ਕਹਿੰਦੇ ਤਨ ਮਹਿ ਸਾਚੋ, ਉਹ ਸੱਚਰੂ ਵਾਹਿਗੁਰੂ ਸਾਡੇ ਤਨ ਸਰੀਰ ਦੇ ਵਿੱਚ ਹੀ ਹੈ। ਘਟ ਘਟ ਮੈਂ ਹਰਜੂ ਬਸੈ, ਵਸੀ ਰੱਬ ਹਿਆਲੀਆ ਜੰਗਲ ਕਿਆ ਢੂੰਡੇ। ਤਨ ਮਹਿ ਸਾਚੋ, ਉਹ ਸੱਚਾ ਪ੍ਰਭੂ ਸਾਡੇ ਸਰੀਰ ਵਿੱਚ ਹੀ ਹੈ। ਗੁਰਮੁਖ ਭਾਉ, ਪਰ ਗੁਰੂ ਦੀ ਕਿਰਪਾ ਨਾਲ ਉਹਦੇ ਨਾਲ ਭਾਵ ਪ੍ਰੇਮ ਲੱਗਦਾ ਹੈ। ਨਾਮ ਬਿਨਾ ਨਾਹੀ ਨਿਜ ਠਾਉ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਵਾਹਿਗੁਰੂ ਦੇ ਨਾਮ ਤੋਂ ਬਿਨਾ ਵੀ ਉਹਦੇ ਚਰਨਾਂ ਦੇ ਵਿੱਚ, ਉਹਦੇ ਘਰ ਦੇ ਵਿੱਚ ਸਾਨੂੰ ਕਿਧਰੇ ਵੀ ਇਹ ਥਾਂ ਟਿਕਾਣਾ ਨਹੀਂ ਮਿਲ ਸਕਦਾ। ਵਾਹਿਗੁਰੂ ਦੇ ਨਾਮ ਦੇ ਨਾਲ ਹੀ ਸਾਨੂੰ ਉਸ ਵਾਹਿਗੁਰੂ ਦੇ ਘਰ ਦੇ ਵਿੱਚ ਟਿਕਾਣਾ ਮਿਲ ਸਕਦਾ ਹੈ। ਨਾਮ ਬਿਨਾ ਨਾ ਹੀ ਨਿਜ ਠਾਉ। ਵਾਹਿਗੁਰੂ ਦੇ ਨਾਮ ਤੋਂ ਬਿਨਾ ਵੀ ਨਿਜ ਠਾਉ ਦਾ ਅਰਥ ਹੈ ਵੀ ਆਤਮਾ ਰੂਪੀ ਘਰ ਦੇ ਵਿੱਚ ਵੀ ਸਾਡਾ ਕਦੇ ਨਿਵਾਸ ਨਹੀਂ ਹੋ ਸਕਦਾ। ਪ੍ਰੇਮ ਪਰਾਇਣ ਪ੍ਰੀਤਮ ਰਾਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਪਾਤਸ਼ਾਹ ਪਰਮੇਸ਼ਰ ਪ੍ਰੇਮ ਦੇ ਪਰਾਇਣ ਹੈ। ਭਾਵ ਕੋਈ ਵੀ ਮਨੁੱਖ ਉਹਦੇ ਨਾਲ ਪ੍ਰੇਮ ਕਰੇ ਨਾ, ਉਹਨੂੰ ਆ ਕੇ ਮਿਲਦਾ। ਗੋਬਿੰਦ ਪਾਓ ਭਗਤ ਦਾ ਭੁੱਖਾ। ਕਲਗੀਧਰ ਪਾਤਸ਼ਾਹ ਦੇ ਬਚਨ ਨੇ, ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਹ ਵਾਹਿਗੁਰੂ, ਉਹ ਪਾਤਸ਼ਾਹ ਪਰਮੇਸ਼ਰ ਪ੍ਰੇਮ ਦੇ ਪਰਾਇਣ ਹੈ। ਜਿਹੜਾ ਉਸ ਦੇ ਨਾਲ ਪ੍ਰੇਮ ਕਰਦਾ ਹੈ ਤੇ ਉਹਨੂੰ ਆ ਕੇ ਮਿਲਦਾ ਹੈ। ਨਜ਼ਰ ਕਰੇ ਤਾਂ ਬੂਝੈ ਨਾਉ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੀ ਉਹ ਮਾਲਕ ਮਿਹਰ ਦੀ ਨਿਗਾਹ ਕਰ ਦੇਵੇ ਤਾਂ ਬੂਝੈ ਨਾਉ। ਤਾਂ ਇਹ ਜੀਵ ਉਸ ਵਾਹਿਗੁਰੂ ਦੇ ਨਾਮ ਦੀ ਮਹਿਮਾ ਨੂੰ ਸਮਝਦਾ ਹੈ। ਨਹੀਂ ਤੇ ਸਾਨੂੰ ਨਾਮ ਦੀ ਮਹਿਮਾ ਦਾ ਪਤਾ ਹੀ ਨਹੀਂ ਹੈ। ਅਸੀਂ ਤੇ ਹੋਰ ਝੂਠੇ ਧੰਦਿਆਂ ਦੇ ਵਿੱਚ ਫਸੇ ਹੋਏ ਹਾਂ। ਨਾਮ ਦੀ ਸਮਝ ਕਿਸੇ ਨੂੰ ਹੈ ਹੀ ਨਹੀਂ ਹੈ। ਇਸੇ ਲਈ ਜਿਸ ਉਤੇ ਵਾਹਿਗੁਰੂ ਮਿਹਰ ਕਰੇ ਉਹ ਅਸਲੀ ਨਾਮ ਦੀ ਮਹਿਮਾ ਨੂੰ, ਨਾਮ ਦੀ ਕਦਰੋ ਕੀਮਤ ਨੂੰ ਸਮਝਦਾ ਹੈ। ਮਾਇਆ ਮੋਹ ਸਰਬ ਜੰਜਾਲਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਮਨਮੁਖਾਂ ਦੀ ਗੱਲ ਦੱਸਦੇ ਨੇ। ਮਾਇਆ ਮੋਹ, ਇਹ ਜਿਹੜਾ ਮਾਇਆ ਦਾ ਮੋਹ ਹੈ, ਸਰਬ ਜੰਜਾਲਾ, ਇਹ ਸਾਰਾ ਬੰਧਨਾਂ ਦਾ ਕਾਰਨ ਹੈ। ਮਾਇਆ ਦੇ ਮੋਹ ਦੇ ਵਿੱਚ ਫਸ ਕੇ ਆਦਮੀ ਵਾਹਿਗੁਰੂ ਦੇ ਨਾਮ ਨੂੰ ਭੁੱਲ ਜਾਂਦਾ ਹੈ। ਮਨਮੁਖ ਕੁਚੀਲ ਕੁਛਿਤ ਬਿਕਰਾਲਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਮਨਮੁਖ ਆਦਮੀ ਹੈ ਮਾਇਆ ਦੇ ਮੋਹ ਦੇ ਵਿੱਚ ਫਸ ਕੇ, ਕੁਚੀਲ ਦਾ ਅਰਥ ਹੈ ਬਈ ਇਹ ਗੰਦਾ ਅਤੇ ਬਦ ਅਖਲਾਕ ਹੋ ਜਾਂਦਾ ਹੈ। ਤੇ ਕੁਸ਼ਤ ਦਾ ਅਰਥ ਹੈ ਕੁਖਿਆਤ, ਭਾਵ ਬਦਨਾਮ ਹੋ ਜਾਂਦਾ ਹੈ। ਤੇ ਬਿਕਰਾਲਾ, ਇਹਦਾ ਜਿਹੜਾ ਸਰੂਪ ਹੈ ਬਹੁਤ ਡਰਾਉਣਾ ਤੇ ਭਿਅੰਕਰ ਹੋ ਜਾਂਦਾ ਹੈ। ਸਤਿਗੁਰ ਸੇਵੇ ਚੂਕੈ ਜੰਜਾਲਾ। ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੇ ਮਨਮੁਖ ਆਦਮੀ ਵੀ ਸਤਿਗੁਰੂ ਦੀ ਸੇਵਾ ਕਰੇ, ਚੂਕਾ ਜੰਜਾਲਾ, ਉਹਦਾ ਜਿਹੜਾ ਮਾਇਆ ਦੇ ਮੋਹ ਦਾ ਜੰਜਾਲ ਹੈ ਇਹ ਚੁੱਕਿਆ ਜਾ ਸਕਦਾ ਹੈ। ਅੰਮ੍ਰਿਤ ਨਾਮ ਸਦਾ ਸੁਖ ਨਾਲਾ। ਤੇ ਫਿਰ ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਅੰਮ੍ਰਿਤ ਰੂਪ ਨਾਮ ਹੈ ਤੇ ਸਦਾ ਸੁਖ, ਜਿਹੜਾ ਅਬਨਾਸ਼ੀ ਸੁਖ, ਆਤਮਿਕ ਸੁਖ, ਉਹ ਜੀਵ ਦੇ ਨਾਲ ਹੀ ਉਹ ਵਸ ਰਿਹਾ ਹੈ ਤੇ ਉਹ ਪ੍ਰਗਟ ਹੋ ਜਾਂਦਾ ਹੈ। ਗੁਰਮੁਖ ਬੂਝੈ ਏਕ ਲਿਵ ਲਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਗੁਰਮੁਖ ਵਿਅਕਤੀ ਹੈ ਉਹ ਆਪਣੇ ਜੀਵਨ ਦੇ ਉਦੇਸ਼ ਨੂੰ ਸਮਝਦਾ। ਅਸਲੀ ਸੁਖ ਦਾ ਗਿਆਨ ਉਸ ਨੂੰ ਹੁੰਦਾ ਹੈ। ਏਕ ਲਿਵ ਲਾਏ, ਇਸੇ ਲਈ ਉਹ ਇੱਕ ਵਾਹਿਗੁਰੂ ਦੇ ਨਾਮ ਦੇ ਵਿੱਚ ਹੀ ਆਪਣੀ ਚਿੱਤ ਬਿਰਤੀ ਨੂੰ ਜੋੜੀ ਰੱਖਦਾ ਹੈ। ਨਿਜ ਘਰ ਵਾਸੈ ਸਾਚ ਸਮਾਏ। ਉਸ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਕੇ ਨਿਜ ਘਰ ਵਾਸੈ। ਪਹਿਲਾਂ ਉਹ ਆਪਣੇ ਆਤਮਿਕ ਘਰ ਦੇ ਵਿੱਚ ਵਸਦਾ ਹੈ, ਤੁਰਿਆ ਪਦ ਵਿੱਚ ਨਿਵਾਸ ਕਰਦਾ ਹੈ। ਸਾਚ ਸਮਾਏ ਤੇ ਅੱਗੇ ਉਹ ਸੱਚੇ ਪ੍ਰਮਾਤਮਾ ਦੇ ਵਿੱਚ ਜਾ ਕੇ ਲੀਨ ਹੋ ਜਾਂਦਾ ਹੈ। ਜੰਮਣ ਮਰਣਾ ਠਾਕੁਰ ਹਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪੂਰੇ ਗੁਰ ਤੇ ਇਹ ਮਤ ਪਾਏ। ਜਿਹੜਾ ਗੁਰਮੁਖ ਵਿਅਕਤੀ ਹੈ ਉਹ ਪੂਰੇ ਗੁਰੂ ਤੋਂ ਇਹ ਮਤ, ਸ੍ਰੇਸ਼ਟ ਮਤ,
ਗੁਰੂ ਦੀ ਮੱਤ ਪ੍ਰਾਪਤ ਕਰਦਾ ਹੈ ਤੇ ਫਿਰ ਉਹ ਆਪਣਾ ਜੰਮਣ ਮਰਨਾ ਠਾਕ ਰਹਾਏ, ਜਿਹੜਾ ਜੰਮਣਾ ਤੇ ਮਰਨਾ ਇਹਨੂੰ ਵੀ ਉਹ ਰੋਕ ਛੱਡਦਾ ਹੈ। ਜੰਮਣਾ ਤੇ ਮਰਨਾ ਵੀ ਉਸ ਦਾ ਨਾਸ਼ ਹੋ ਜਾਂਦਾ ਹੈ। ਕਥਨੀ ਕਥੋ ਨਾ ਆਵੈ ਔਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਕਥਨੀ ਕਥੋਂ ਵੀ ਜਿੰਨੇ ਮਰਜੀ ਕਥਾ ਵਿਆਖਿਆ ਕਰੀ ਜਾਈਏ ਨਾ ਆਵੈ ਔਰ, ਪਰ ਕਹਿੰਦੇ ਇਸ ਦਾ ਓੜਕ ਨਹੀਂ ਆਉਂਦਾ। ਜਪਜੀ ਸਾਹਿਬ ਬਾਣੀ ਵਿੱਚ ਵੀ ਸਤਿਗੁਰੂ ਮਹਾਰਾਜ ਨੇ ਲਿਖਿਆ ਹੈ, ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਜਿੰਨਾ ਮਰਜੀ ਤੁਸੀਂ ਕਥਾ ਵਾਰਤਾ ਪ੍ਰਚਾਰ ਕਰੀ ਜਾਓ, ਪਰ ਹਜ਼ੂਰ ਕਹਿੰਦੇ ਨੇ ਜਿੰਨੀ ਮਰਜੀ ਕਥਨੀ ਕਥੀ ਜਾਓ, ਪਰ ਇਹਦਾ ਕੋਈ ਓੜਕ ਨਹੀਂ ਆਉਂਦਾ। ਜਾਂ ਇਸ ਦਾ ਦੂਜਾ ਅਰਥ ਇਹ ਵੀ ਆ, ਕਥਨੀ ਕਥੋ, ਉਸ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਜਿੰਨੀ ਮਰਜੀ ਕਥਾ ਕਰੀ ਜਾਓ, ਪਰ ਉਸ ਵਾਹਿਗੁਰੂ ਦੇ ਜਸ ਦਾ ਕੋਈ ਅੰਤ ਨਹੀਂ ਆ ਸਕਦਾ। ਗੁਰ ਪੁੱਛ ਦੇਖਿਆ ਨਾਹੀ ਦਰ ਹੋਰ। ਬਈ ਅਸੀਂ ਤੇ ਆਪਣੇ ਗੁਰੂ ਨੂੰ, ਗੁਰੂ ਨਾਨਕ ਸਾਹਿਬ ਦਾ ਗੁਰੂ ਅਕਾਲ ਪੁਰਖ ਹੀ ਹੈ, ਅਸੀਂ ਆਪਣੇ ਗੁਰੂ ਨੂੰ ਪੁੱਛ ਕੇ ਦੇਖਿਆ ਹੈ ਕਿ ਉਸ ਅਕਾਲ ਪੁਰਖ ਤੋਂ ਬਿਨਾਂ, ਉਸ ਗੁਰੂ ਪਰਮੇਸ਼ਰ ਤੋਂ ਬਿਨਾਂ ਸਾਡੇ ਲਈ ਹੋਰ ਕੋਈ ਦਰ ਵੀ ਨਹੀਂ ਹੈ ਜਿੱਥੇ ਜਾ ਕੇ ਸਾਨੂੰ ਆਤਮਿਕ ਸੁਖ ਪ੍ਰਾਪਤ ਹੋਵੇ। ਦੁੱਖ ਸੁਖ ਭਾਣਾ ਤਿਸੈ ਰਜਾਇ। ਲਓ ਹੁਣ ਮੁਕਤੀ ਗੱਲ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਨੀਚ ਕਹਿ ਲਿਵਲਾਏ। ਲਓ ਗੁਰੂ ਮਹਾਰਾਜ ਨੀਚ ਸ਼ਬਦ ਦੁਆਰਾ ਨਿਮਰਤਾ ਨੂੰ ਪ੍ਰਗਟ ਕਰਦੇ ਹਨ। ਨਾਨਕ ਨੀਚ, ਮੈਂ ਨੀਚ ਨਾਨਕ ਪਾ, ਮੈਂ ਇੱਕ ਗਰੀਬ ਨਾਨਕ ਕਹਿ ਲਿਵ ਲਾਏ, ਤੇ ਆਪਣੀ ਲਿਵ ਲਾ ਕੇ ਪਾਓ ਸੁਰਤ ਨੂੰ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੋੜ ਕੇ ਇਹ ਤੁਹਾਨੂੰ ਦੱਸ ਰਿਹਾ ਹਾਂ। ਕੀ ਦੱਸ ਰਿਹਾ ਹੈ? ਦੁੱਖ ਸੁੱਖ ਪਾਣਾ ਤਿਸੈ ਰਜਾਏ। ਇਹ ਜਿਹੜਾ ਸੰਸਾਰਕ ਦੁੱਖ ਸੁੱਖ ਹੈ, ਇਹ ਉਸ ਵਾਹਿਗੁਰੂ ਦੇ ਪਾਣੇ ਤੇ ਰਜ਼ਾ ਦੇ ਵਿੱਚ ਹੀ ਸਾਨੂੰ ਮਿਲਦਾ ਹੈ। ਇਸ ਲਈ ਜੇ ਤੁਸੀਂ ਅਸਲੀ ਆਨੰਦ ਪ੍ਰਾਪਤ ਕਰਨਾ ਹੈ, ਉਹ ਫਿਰ ਗੁਰੂ ਤੋਂ ਮਿਲਦਾ ਹੈ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਇਸ ਲਈ ਸੁੱਖ ਦੁੱਖ ਤਾਂ ਵਾਹਿਗੁਰੂ ਦੇ ਪਾਣੇ ਤੇ ਰਜ਼ਾ ਦੇ ਵਿੱਚ ਸਾਰਿਆਂ ਨੂੰ ਹੀ ਮਿਲਦਾ ਹੈ, ਪਰ ਆਨੰਦ ਉਹ ਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ। ਗੌੜੀ ਮਹੱਲਾ ਪਹਿਲਾ। ਦੂਜੀ ਮਾਇਆ ਜਗਤ ਚਿਤ ਵਾਸ। ਲਓ ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਕਿਸੇ ਜਗਿਆਸੂ ਨੇ ਆ ਕੇ ਸਵਾਲ ਕੀਤਾ ਕਿ ਮਹਾਰਾਜ ਸਾਨੂੰ ਕਿਰਪਾ ਕਰਕੇ ਇਹ ਦੱਸੋ ਵੀ ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਕੁਝ ਹੋਰ ਵੀ ਹੈ? ਤਾਂ ਸਤਿਗੁਰੂ ਕਹਿੰਦੇ, ਭਾਈ ਸਾਨੂੰ ਤੇ ਕੋਈ ਨਜ਼ਰ ਨਹੀਂ ਆਉਂਦਾ, ਕਿਉਂਕਿ ਗੁਰਮਤਿ ਦਾ ਮਤ ਅਦਵੈਤ ਮਤ ਹੈ। ਜਦੋਂ ਆਪਾਂ ਦੂਜੇ ਧਰਮਾਂ ਦੇ ਬਾਰੇ ਪੜ੍ਹਦੇ ਹਾਂ, ਉੱਥੇ ਇੱਕ ਪਾਸੇ ਬ੍ਰਹਮ ਹੈ, ਦੂਜੇ ਪਾਸੇ ਮਾਇਆ ਦੀ ਵੀ ਗੱਲ ਕੀਤੀ ਗਈ ਹੈ। ਮਾਇਆ ਬ੍ਰਹਮ ਰਮੈ ਸਭ ਸੰਗ। ਇੱਕ ਪਾਸੇ ਪਰਮੇਸ਼ਰ ਹੈ, ਦੂਜੇ ਪਾਸੇ ਕਲਯੁਗ ਵੀ ਹੈ। ਇੱਕ ਪਾਸੇ ਖੁਦਾ ਹੈ, ਦੂਜੇ ਪਾਸੇ ਸ਼ੈਤਾਨ ਵੀ ਹੈ। ਤੇ ਸਤਿਗੁਰੂ ਦੇ ਪਾਸ ਹੁਣ ਜਿਗਿਆਸੂਆਂ ਨੇ ਪ੍ਰਸ਼ਨ ਕੀਤਾ, ਮਹਾਰਾਜ ਤੁਸੀਂ ਦੱਸੋ ਵੀ ਉਸ ਵਾਹਿਗੁਰੂ ਤੋਂ ਬਿਨਾਂ ਕੋਈ ਹੋਰ ਚੀਜ਼ ਹੈ? ਤਾਂ ਸਤਿਗੁਰੂ ਇਹਦਾ ਕੀ ਜਵਾਬ ਦਿੰਦੇ ਨੇ, ਲੋ ਸੰਗਤਾਂ ਪ੍ਰੇਮ ਨਾਲ ਸੁਣੋ। ਦੂਜਾ ਕੌਣ ਕਹਾ ਨਹੀਂ ਕੋਈ, ਸਭ ਮੈਂ ਏਕ ਨਿਰੰਜਨ ਸੋਈ ਰਹਾਓ। ਇਸ ਸਿਧਾਂਤ ਰੂਪ ਪੰਕਤੀਆਂ ਵਿੱਚ ਸਤਿਗੁਰੂ ਫਰਮਾਉਂਦੇ ਨੇ, ਇਹ ਦੁਨੀਆ ਦੇ ਲੋਗੋ, ਦੂਜਾ ਕੌਣ, ਉਸ ਵਾਹਿਗੁਰੂ ਤੋਂ ਬਿਨਾਂ ਦੂਜਾ ਕੌਣ ਹੈ? ਨਹੀਂ ਕੋਈ, ਕੋਈ ਵੀ ਨਹੀਂ ਹੈ। ਉਸ ਵਾਹਿਗੁਰੂ ਤੋਂ ਬਿਨਾਂ ਦੂਜਾ ਕੌਣ ਹੈ ਜਿਹਦੇ ਬਾਰੇ ਕਹਾਂ ਅਸੀਂ ਕੁਛ ਦੱਸ ਸਕੀਏ? ਨਹੀਂ ਕੋਈ, ਉਸ ਤੋਂ ਬਿਨਾਂ ਹੋਰ ਕੋਈ ਦੂਜਾ ਹੈ ਹੀ ਨਹੀਂ। ਤੇ ਤੁਹਾਡਾ ਮਹਾਰਾਜ ਸਿਧਾਂਤ ਕੀ ਹੈ? ਸਭ ਮੈਂ ਏਕ ਨਿਰੰਜਨ ਸੋਈ, ਵੀ ਸਾਰਿਆਂ ਦੇ ਵਿੱਚ ਇੱਕੋ ਇੱਕ ਨਿਰੰਜਨ ਦਾ ਅਰਥ ਹੈ ਸ਼ੁੱਧ ਸਰੂਪ ਵਾਹਿਗੁਰੂ ਪਰਮੇਸ਼ਰ ਹੀ ਵਸ ਰਿਹਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦੇ ਦੋ ਰੂਪ ਦੱਸੇ ਨੇ। ਤੁਸੀਂ ਜਾਪ ਸਾਹਿਬ ਬਾਣੀ ਪੜ੍ਹਦੇ ਹੋ ਨਾ, ਸਤਿਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਲਿਖਿਆ ਹੈ, ਨਮੋ ਕਲਹ ਕਰਤਾ ਨਮੋ ਸ਼ਾਂਤ ਰੂਪੇ। ਕਲਹ ਕਰਤਾ ਦਾ ਅਰਥ ਹੈ ਜਿਹੜੀ ਕਲਾ ਲੜਾਈ ਝਗੜਿਆਂ ਨੂੰ ਵੀ ਉਹੀ ਪੈਦਾ ਕਰਦਾ ਹੈ, ਤੇ ਸ਼ਾਂਤ ਰੂਪ ਵੀ ਉਹੀ ਹੈ। ਭਾਵ ਆਪਾਂ ਤਾਂ ਆਮ ਕਹਿ ਦਿੰਦੇ ਆ ਨਾ ਵੀ ਜਿਹੜਾ ਕਲਯੁਗ ਹੈ ਉਹ ਪਵਾੜੇ ਪਾਉਂਦਾ, ਮਾਇਆ ਝਗੜੇ ਦੀ ਜੜ ਹੈ। ਪਰ ਸਤਿਗੁਰੂ ਕਹਿੰਦੇ ਨੇ ਨਹੀਂ, ਵੀ ਸਾਰੇ ਪਾਸੇ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ। ਸਾਨੂੰ ਹੋਰ ਕਿਸੇ ਦੂਜੇ ਪਾਸੇ ਆਪਣਾ ਧਿਆਨ ਨਹੀਂ ਲਿਜਾਣਾ ਚਾਹੀਦਾ। ਸਭ ਮੈਂ ਏਕ ਨਿਰੰਜਨ ਸੋਈ, ਸਾਰਿਆਂ ਵਿੱਚ ਇੱਕ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ। ਇਸੇ ਲਈ ਤਾਂ ਸਤਿਗੁਰੂ ਨੇ ਆਖਿਆ ਹੈ,
ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ। ਉਹ ਕਿਤੇ ਸੂਰਜਾਂ ਦਾ ਸੂਰਜ ਹੋ ਕੇ ਪ੍ਰਕਾਸ਼ ਰਿਹਾ ਹੈ, ਕਿਤੇ ਚੰਦਰਮਾ ਦਾ ਚੰਦਰਮਾ ਹੋ ਕੇ ਉਹ ਠੰਡੀ ਚਾਨਣੀ ਵੰਡ ਰਿਹਾ ਹੈ। ਦੋਵੇਂ ਵਾਹਿਗੁਰੂ ਦੇ ਰੂਪ ਨੇ, ਇੱਕ ਤੇਜਸਵੀ ਵੀ ਤੇ ਦੂਸਰਾ ਸ਼ਾਂਤਮਈ ਵੀ। ਇਸੇ ਲਈ ਸਤਿਗੁਰੂ ਕਹਿੰਦੇ ਨੇ ਉਸ ਵਾਹਿਗੁਰੂ ਤੋਂ ਬਿਨਾਂ ਹੋਰ ਦੂਜਾ ਕੌਣ ਹੈ, ਜਿਸ ਦੇ ਬਾਰੇ ਕੁਛ ਆਖੀਏ ਦੂਜਾ ਕੋਈ ਨਹੀਂ ਹੈ। ਸਾਰਿਆਂ ਵਿੱਚ ਇੱਕ ਵਾਹਿਗੁਰੂ ਪਰਮੇਸ਼ਰੀ ਵਸ ਰਿਹਾ ਹੈ। ਲਓ ਹੁਣ ਆਰੰਭ ਦੇ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਸਿੱਖਿਆ ਦਿੰਦੇ ਹਨ। ਦੂਜੀ ਮਾਇਆ ਜਗਤ ਚਿਤ ਵਾਸ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਦੂਜੀ ਮਾਇਆ, ਅਸਲੀ ਤੇ ਜਿਹੜੀ ਇਹ ਮਾਇਆ ਹੀ ਦੂਜੀ ਦੁਵੈਤ ਪੈਦਾ ਕਰਦੀ ਹੈ। ਦੂਜੀ ਮਾਇਆ ਇਹ ਦੁਵੈਤ ਪੈਦਾ ਕਰਨ ਵਾਲੀ ਮਾਇਆ ਹੈ, ਪਰ ਹੈ ਤੇ ਮਾਇਆ ਉਸ ਵਾਹਿਗੁਰੂ ਦੇ ਹੀ ਅਧੀਨ, ਪਰ ਅਸੀਂ ਇਸ ਨੂੰ ਵੱਖ ਸਮਝ ਲਿਆ। ਦੂਜੀ ਮਾਇਆ ਹਜ਼ੂਰ ਕਹਿੰਦੇ ਦੁਵੈਤ ਪੈਦਾ ਕਰਨ ਵਾਲੀ ਮਾਇਆ ਹੈ। ਜਗਤ ਚਿਤਵਾਸ, ਇਹ ਸਾਰੇ ਸੰਸਾਰ ਦਾ ਚਿੱਤ ਮਾਇਆ ਦੇ ਵਿੱਚ ਵਸ ਰਿਹਾ ਹੈ। ਹੁਣ ਸਾਰੇ ਆਪੋ ਆਪਣੇ ਮਨਾਂ ਵੱਲ ਨਿਗਾਹ ਮਾਰ ਕੇ ਦੇਖੋ, ਸਾਰਿਆਂ ਦਾ ਮਨ ਮਾਇਆ ਦੇ ਵਿੱਚ ਲੱਗਿਆ ਹੋਇਆ ਹੈ, ਮਾਇਆ ਦੇ ਵਿੱਚ ਖੁੱਭਿਆ ਹੋਇਆ ਹੈ। ਸਤਿਗੁਰੂ ਦੇ ਬਚਨ ਹੈ, ਦਿਨੇ ਵੀ ਰਾਤ ਵੀ ਹਰ ਆਦਮੀ ਮਾਇਆ ਦੇ ਬਾਰੇ ਹੀ ਸੋਚਦਾ ਰਹਿੰਦਾ ਹੈ। ਮਾਇਆ ਮਨੋਂ ਨਾ ਵਿਸਰੈ, ਮੰਗੈ ਦਮਾ ਦਮ। ਇਹ ਸੰਸਾਰੀ ਲੋਕਾਂ ਦੀ ਹਾਲਤ ਹੈ। ਦੂਜੀ ਮਾਇਆ ਜਗਤ ਚਿਤ ਵਾਸ, ਇਹ ਦੁਵੈਤ ਪੈਦਾ ਕਰਨ ਵਾਲੀ ਮਾਇਆ ਹੈ। ਇਹ ਵੀ ਪਰਮੇਸ਼ਰ ਦੀ ਸ਼ਕਤੀ ਹੈ ਤੇ ਸਾਰੇ ਜਗਤ ਦੇ ਚਿੱਤ ਦਾ ਮਾਇਆ ਵਿੱਚ ਹੀ ਨਿਵਾਸ ਹੋ ਰਿਹਾ ਹੈ। ਕਾਮ ਕ੍ਰੋਧ ਅਹੰਕਾਰ ਵਿਨਾਸ਼। ਤੇ ਹੁਣ ਮਾਇਆ ਵਿੱਚ ਚਿੱਤ ਲੱਗਿਆ ਹੋਣ ਕਰਕੇ ਤੇ ਇਹ ਜਿਹੜੇ ਵਿਕਾਰ ਨੇ ਇਹ ਵੀ ਮਾਇਆ ਦੇ ਪੁੱਤਰ ਨੇ। ਪੰਜ ਪੂਤ ਜਣੇ ਇੱਕ ਮਾਏ। ਸਤਿਗੁਰੂ ਕਹਿੰਦੇ ਨੇ ਮਾਇਆ ਮਾਂ ਹੈ ਤੇ ਇਸਨੇ ਪੰਜ ਪੁੱਤਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੈਦਾ ਕੀਤੇ ਹੋਏ ਨੇ। ਹੁਣ ਜਿੱਥੇ ਮਾਇਆ ਆ ਜਾਂਦੀ ਹੈ ਤੇ ਫਿਰ ਉੱਥੇ ਵਿਕਾਰ ਵੀ ਨਾਲ ਹੀ ਆਉਂਦੇ ਨੇ। ਇਹ ਜਿਹੜੀ ਦੁਵੈਤ ਪੈਦਾ ਕਰਨ ਵਾਲੀ ਮਾਇਆ ਦੇ ਵਿੱਚ ਜਗਤ ਦੇ ਚਿੱਤ ਦਾ ਨਿਵਾਸ ਹੋ ਰਿਹਾ ਹੈ। ਇਸੇ ਲਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਜਿਹੜੇ ਵਿਕਾਰ ਨੇ ਇਹ ਬਈ ਸਾਰਿਆਂ ਨੂੰ ਵਿਨਾਸ਼ ਦਾ ਅਰਥ ਹੈ, ਤਬਾਹ ਕਰੀ ਜਾ ਰਹੇ ਹਨ। ਦੂਜਾ ਕੌਣ ਕਹਾ ਨਹੀਂ ਕੋਈ, ਸਭ ਮਹਿ ਏਕ ਨਿਰੰਜਨ ਸੋਈ ਰਹਾ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਵਾਹਿਗੁਰੂ ਤੋਂ ਬਿਨਾਂ ਹੋਰ ਦੂਜਾ ਕੌਣ ਹੈ, ਜਿਸ ਦੇ ਬਾਰੇ ਕੁਛ ਆਖੀਏ ਦੂਜਾ ਕੋਈ ਵੀ ਨਹੀਂ ਹੈ। ਕਿਉਂਕਿ ਗੁਰਮਤਿ ਦਾ ਮਤ ਅਦਵੈਤ ਮਤ ਹੈ। ਸਭ ਮੈਂ ਏਕ ਨਿਰੰਜਨ ਸੋਈ, ਸਾਰਿਆਂ ਦੇ ਵਿੱਚ ਇੱਕ ਵਾਹਿਗੁਰੂ ਪਰਮੇਸ਼ਰ ਹੀ ਵਸ ਰਿਹਾ ਹੈ। ਇਹ ਜਿਹੜੀ ਮਾਇਆ ਹੈ, ਜਿਸ ਮਾਇਆ ਦੇ ਵਿੱਚ ਲੱਗ ਕੇ ਅਸੀਂ ਪਰਮਾਤਮਾ ਨੂੰ ਭੁੱਲਦੇ ਹਾਂ, ਇਹ ਮਾਇਆ ਵੀ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਵਰਤ ਰਹੀ ਹੈ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ। ਇਸ ਲਈ ਸਾਨੂੰ ਮਾਇਆ ਵੀ ਵਾਹਿਗੁਰੂ ਤੋਂ ਵੱਖ ਨਹੀਂ ਸਮਝਣੀ ਚਾਹੀਦੀ। ਇਹ ਮਾਇਆ ਉਸੇ ਦੀ ਸ਼ਕਤੀ ਹੈ ਤੇ ਉਹਦੇ ਅਧੀਨ ਚੱਲ ਰਹੀ ਹੈ। ਦੂਜੀ ਦੁਰਮਤ ਆਖੈ ਦੋਏ। ਲਾਉਣ ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਜਿਹੜੇ ਦੁਨੀਆ ਦੇ ਲੋਕ ਨੇ ਉਹ ਦੂਜੀ ਗੱਲ ਵੱਧ ਕਰਦੇ ਨੇ। ਉਹ ਇੱਕ ਦੀ ਗੱਲ ਨਹੀਂ ਕਰਦੇ, ਉਹ ਦੂਜੀ ਗੱਲ ਵੱਧ ਕਰਦੇ ਨੇ, ਦੁਵੈਤ ਦੀ ਗੱਲ ਕਰਦੇ ਨੇ। ਦੂਜੀ ਦੁਰਮਤ ਆਖੈ ਦੋਏ। ਹਜ਼ੂਰ ਕਹਿੰਦੇ ਨੇ ਅਸਲੀ ਤਾਂ ਜਿਹੜੀ ਦੂਜੀ ਦੁਵੈਤ ਪੈਦਾ ਕਰਨ ਵਾਲੀ ਖੋਟੀ ਮੱਤ ਹੈ ਸਾਡੇ ਅੰਦਰ। ਦੂਜੀ ਦਾ ਅਰਥ ਹੈ ਵੀ ਜਿਹੜੀ ਦੁਵੈਤ ਪੈਦਾ ਕਰਨ ਵਾਲੀ ਖੋਟੀ ਮੱਤ ਹੈ। ਆਖੈ ਦੋਏ, ਉਸ ਖੋਟੀ ਮੱਤ ਦੇ ਵਸ ਹੋ ਕੇ ਤੇ ਇਹ ਜਿਹੜੇ ਜੀਵ ਨੇ ਦੋ ਚੀਜ਼ਾਂ ਦਾ ਵਰਣਨ ਕਰਦੇ ਨੇ। ਉਹ ਕਹਿੰਦੇ ਰੱਬ ਤੇ ਹੈ, ਪਰ ਅਸੀਂ ਰੱਬ ਤੋਂ ਕੀ ਲੈਣਾ, ਸਾਨੂੰ ਤੇ ਮਾਇਆ ਚਾਹੀਦੀ ਹੈ। ਇਹ ਖੋਟੀ ਮੱਤ ਦਾ ਸਦਕਾ ਇਹ ਆਦਮੀ ਦੂਸਰੀ ਗੱਲ ਕਰਦਾ, ਮਾਇਆ ਦੀ ਗੱਲ ਕਰ ਰਿਹਾ ਹੈ। ਆਵੇ ਜਾਏ ਮਰ ਦੂਜਾ ਹੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਆਦਮੀ ਖੋਟੀ ਮੱਤ ਵਿੱਚ ਲੱਗ ਕੇ ਹੋਰ ਦੂਜੀ ਗੱਲ ਕਰਦਾ ਹੈ, ਆਵੇ ਜਾਏ, ਉਹ ਹਮੇਸ਼ਾ ਲਈ ਆਉਂਦਾ ਜਾਂਦਾ ਰਹਿੰਦਾ। ਉਹਦਾ ਆਵਾਗਮਨ ਨਹੀਂ ਮਿਟ ਸਕਦਾ। ਤੇ ਮਰ ਦੂਜਾ ਹੋਏ, ਮਰ ਕੇ ਉਸ ਦਾ ਫਿਰ ਦੂਜਾ ਜਨਮ ਹੁੰਦਾ ਹੈ, ਫੇਰ ਜੰਮਦਾ, ਫੇਰ ਮਰਦਾ, ਫੇਰ ਜੰਮਦਾ, ਫੇਰ ਮਰਦਾ ਹੈ। ਇਹ ਜਿਹੜਾ ਚੱਕਰ ਹੈ ਨਾ ਉਹਦਾ ਕਦੇ ਵੀ ਮਿਟਦਾ ਨਹੀਂ ਹੈ। ਧਰਨ ਗਗਨ ਨਹਿ ਦੇਖੋ ਦੋਏ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਜਿਹੜਾ ਸਾਡਾ ਜਿਹੜਾ ਸਿਧਾਂਤ ਹੈ ਉਹ ਇੱਕ ਨੂੰ ਮੰਨਣ ਵਾਲਾ ਹੈ। ਧਰਤੀ ਉੱਤੇ ਵੀ ਉਹੀ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ ਤੇ ਆਕਾਸ਼ ਦੇ ਵਿੱਚ ਵੀ ਉਹੀ ਵਸ ਰਿਹਾ ਹੈ। ਕਈ ਲੋਕ ਕਹਿੰਦੇ ਨੇ ਨਾ ਵੀ ਉਹ ਰੱਬ ਵੀ ਉਹ 7ਵੇਂ ਆਕਾਸ਼ ਦੇ ਵਿੱਚ ਹੈ ਜਾਂ 9ਵੇਂ ਅਰਸ਼ ਦੇ ਵਿੱਚ ਰਹਿੰਦਾ ਹੈ। ਪਰ ਸਤਿਗੁਰੂ ਕਹਿੰਦੇ ਨੇ ਧਰਨ ਗਗਨ ਨਹਿ ਦੇਖੋ ਦੋਏ। ਅਸੀਂ ਧਰਤੀ ਤੇ ਆਕਾਸ਼ ਵਿੱਚ ਦੋ ਰੱਬ ਨਹੀਂ ਦੇਖਦੇ।
ਸਾਡੇ ਲਈ ਤਾਂ ਇੱਕੋ ਹੀ ਰੱਬ ਸਭ ਥਾਵਾਂ ਤੇ ਵਸ ਰਿਹਾ ਹੈ। ਧਰਤੀ ਉੱਤੇ ਵੀ ਉਹੀ ਹੈ ਤੇ ਆਕਾਸ਼ ਦੇ ਵਿੱਚ ਵੀ ਉਹੀ ਵਸ ਰਿਹਾ ਹੈ। ਨਾਰੀ ਪੁਰਖ ਸਬਾਈ ਲੋਏ, ਤੇ ਜਿਤਨੇ ਵੀ ਨਾਰੀ ਪੁਰਖ ਨੇ, ਇਸਤਰੀ ਪੁਰਸ਼ ਨੇ, ਤੇ ਸਬਾਈ ਲੋਏ, ਲੋਏ ਦਾ ਅਰਥ ਹੈ ਜਿੰਨੀ ਸਾਰੀ ਸ੍ਰਿਸ਼ਟੀ ਹੈ, ਇਹਦੇ ਵਿੱਚ ਵੀ ਉਹ ਇੱਕੋ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ। ਰਬ ਸਸ ਦੇਖੋ ਦੀਪਕ ਉਜਿਆਲਾ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਰਬ ਸਸ ਦੇਖੋ, ਜਦੋਂ ਅਸੀਂ ਸੂਰਜ ਤੇ ਚੰਦਰਮਾ ਵੱਲ ਦੇਖਦੇ ਹਾਂ, ਦੀਪਕ ਉਜਿਆਲਾ, ਬਈ ਇਹ ਜਿਹੜੇ ਚੰਦਰਮਾ ਤੇ ਸੂਰਜ ਦੋਨੇ ਦੀਵੇ ਨੇ, ਸੂਰਜ ਦਿਨ ਦਾ ਦੀਵਾ ਹੈ ਤੇ ਚੰਦਰਮਾ ਰਾਤ ਦਾ ਦੀਵਾ ਹੈ। ਜਦੋਂ ਅਸੀਂ ਇਹਨਾਂ ਵੱਲ ਦੇਖਦੇ ਹਾਂ, ਇਹਨਾਂ ਦੇ ਵਿੱਚ ਵੀ ਉਸ ਵਾਹਿਗੁਰੂ ਪਰਮੇਸ਼ਰ ਦੀ ਜੋਤ ਦਾ ਹੀ ਉਜਿਆਲਾ ਦਾ ਅਰਥ ਪ੍ਰਕਾਸ਼ ਹੈ। ਕਿਉਂਕਿ ਗੁਰਮਤਿ ਦਾ ਸਿਧਾਂਤ ਇਹ ਹੈ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਸੂਰਜ ਤੇ ਚੰਦਰਮਾ ਇਹ ਦੋ ਦੀਵੇ ਬਣ ਰਹੇ ਨੇ, ਪਰ ਇਹਨਾਂ ਦੇ ਵਿੱਚ ਵੀ ਵਾਹਿਗੁਰੂ ਦੀ ਜੋਤ ਦਾ ਹੀ ਪ੍ਰਕਾਸ਼ ਹੈ। ਸਰਬ ਨਿਰੰਤਰ ਪ੍ਰੀਤਮ ਬਾਲਾ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਭ ਦੇ ਅੰਦਰ ਹੀ ਪ੍ਰੀਤਮ ਬਾਲਾ, ਬਾਲਾ ਪ੍ਰੀਤਮ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ। ਬਾਲਾ ਜਿਹੜਾ ਸ਼ਬਦ ਹੈ ਨਾ, ਬਾਲਾ ਦਾ ਅਰਥ ਮਤਲਬ ਜਿਹੜਾ ਚੜ੍ਹਦੀ ਜਵਾਨੀ ਵਾਲਾ ਹੋਵੇ ਉਹਨੂੰ ਬਾਲਾ ਕਹਿੰਦੇ ਨੇ, ਤੇ ਉਹ ਵਾਹਿਗੁਰੂ ਚੜ੍ਹਦੀ ਕਲਾ ਦਾ ਮਾਲਕ ਹੈ, ਇਸ ਲਈ ਪ੍ਰੀਤਮ ਬਾਲਾ ਉਸ ਨੂੰ ਕਹਿੰਦੇ ਨੇ। ਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਬਾਰੇ ਵੀ ਜਿਹੜੇ ਪਟਨੇ ਦੀ ਸੰਗਤ ਬਾਲਾ ਪ੍ਰੀਤਮ ਕਹਿ ਕੇ ਬੁਲਾਉਂਦੀ ਸੀ, ਬਾਲਾ ਪ੍ਰੀਤਮ, ਇਹ ਇੱਕ ਚੜ੍ਹਦੀ ਕਲਾ ਦਾ ਉਤਸ਼ਾਹ ਦਾ ਪ੍ਰਤੀਕ ਸ਼ਬਦ ਹੈ। ਹਜ਼ੂਰ ਕਹਿੰਦੇ ਨੇ, ਸਰਬ ਨਿਰੰਤਰ ਪ੍ਰੀਤਮ ਬਾਲਾ, ਵੀ ਸਭ ਦੇ ਅੰਦਰ ਬਿਨਾਂ ਕਿਸੇ ਭੇਦ ਭਾਵ ਤੋਂ ਬਾਲਾ ਪ੍ਰੀਤਮ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ। ਕਰ ਕਿਰਪਾ ਮੇਰਾ ਚਿਤ ਲਾਇਆ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵੀ ਸਤਿਗੁਰੂ ਨੇ ਕਿਰਪਾ ਕਰਕੇ ਤੇ ਮੇਰਾ ਚਿੱਤ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਲਾ ਦਿੱਤਾ ਹੈ। ਸਤਿਗੁਰ ਮੋਕੋ ਏਕ ਬੁਝਾਇਆ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮੈਨੂੰ ਤਾਂ ਸਤਿਗੁਰੂ ਨੇ ਵੀ ਇੱਕ ਓੰਕਾਰ ਸਮਝਾ ਦਿੱਤਾ ਹੈ। ਇਹਦਾ ਮਤਲਬ ਇਹ ਹੈ, ਸਾਨੂੰ ਤੇ ਸਤਿਗੁਰੂ ਨੇ ਕੇਵਲ ਇੱਕ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਹੀ ਗਿਆਨ ਬਖਸ਼ਿਸ਼ ਕੀਤਾ ਹੈ। ਸਾਨੂੰ ਸਤਿਗੁਰੂ ਨੇ ਇਹ ਗੱਲ ਸਮਝਾ ਦਿੱਤੀ ਹੈ ਵੀ ਇੱਕ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਹੈ ਹੀ ਨਹੀਂ। ਸਤਿਗੁਰੂ ਦੇ ਬਚਨ ਹੈ, ਪਾਏ ਗਏ ਜਬ ਤੇ ਤੁਮਰੇ ਤਬ ਤੇ ਕੂ ਆਂਖ ਤੇਰੇ ਨਹੀਂ ਆਨਿਓ, ਰਾਮ ਰਹੀਮ ਪੁਰਾਣ ਕੁਰਾਨ ਅਨੇਕ ਕਹਿ ਮਤ ਏਕ ਨ ਮਾਨਿਓ, ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹਿ ਹਮ ਏਕ ਨ ਜਾਣਿਓ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਇਹ ਗੁਰਮਤਿ ਦਾ ਸਿਧਾਂਤ ਹੈ। ਸਾਨੂੰ ਤਾਂ ਸਤਿਗੁਰੂ ਨੇ ਇੱਕ ਹੀ ਜਿਹੜਾ ਅਦਵੈਤ ਸਿਧਾਂਤ ਹੈ ਵੀ ਵਾਹਿਗੁਰੂ ਇੱਕ ਹੈ, ਸਾਨੂੰ ਤਾਂ ਉਸ ਇੱਕ ਓੰਕਾਰ ਦਾ ਹੀ ਸਿਧਾਂਤ ਸਤਿਗੁਰੂ ਮਹਾਰਾਜ ਨੇ ਸਮਝਾਇਆ ਹੈ। ਏਕ ਨਿਰੰਜਨ ਗੁਰਮੁਖ ਜਾਤਾ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਜਿਹੜਾ ਇੱਕ ਅਦਵੈਤ ਸਰੂਪ ਹੈ ਤੇ ਨਿਰੰਜਨ ਸ਼ੁੱਧ ਸਰੂਪ ਹੈ, ਗੁਰਮੁਖ ਜਾਤਾ, ਗੁਰੂ ਦੀ ਕਿਰਪਾ ਨਾਲ ਅਸਾਂ ਤੇ ਉਹੀ ਇੱਕ ਜਾਣਿਆ ਹੈ। ਦੂਜਾ ਮਾਰ ਸ਼ਬਦ ਪਛਾਤਾ, ਤੇ ਅਸੀਂ ਦੂਜਾ ਮਾਰ, ਦੂਜਾ ਖਿਆਲ, ਦੂਜਾ ਭਾਵ ਮਾਰ ਕੇ ਤੇ ਸ਼ਬਦ ਪਛਾਤਾ। ਗੁਰੂ ਕੇ ਸ਼ਬਦ ਦੁਆਰਾ ਉਸ ਇੱਕ ਓੰਕਾਰ ਨੂੰ ਹੀ, ਇੱਕ ਨਿਰੰਕਾਰ ਨੂੰ ਹੀ, ਇੱਕ ਅਕਾਲ ਪੁਰਖ ਨੂੰ ਹੀ ਪਛਾਣਿਆ ਹੈ। ਏਕੋ ਹੁਕਮ ਵਰਤੈ ਸਭ ਲੋਈ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇੱਕੋ ਹੀ ਹੁਕਮ ਸਾਰੀ ਸ੍ਰਿਸ਼ਟੀ ਤੇ ਵਰਤ ਰਿਹਾ ਹੈ। ਕਿਉਂਕਿ ਵਾਹਿਗੁਰੂ ਵੀ ਇੱਕ ਹੈ, ਉਸ ਇੱਕ ਵਾਹਿਗੁਰੂ ਦਾ ਇੱਕ ਹੁਕਮ ਸਾਰੀ ਸ੍ਰਿਸ਼ਟੀ ਤੇ ਵਰਤ ਰਿਹਾ ਹੈ। ਏਕ ਸੁਤੇ ਸਭ ਓਪਤ ਹੋਈ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਜਪਜੀ ਸਾਹਿਬ ਬਾਣੀ ਵਿੱਚ ਉਹ ਬਚਨ ਆਏ ਨੇ ਹੁਕਮ ਦੇ ਸੰਬੰਧ ਵਿੱਚ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਵੀ ਸਭ ਕੁਛ ਹੁਕਮ ਦੀ ਖੇਡ ਹੈ। ਪੈ ਵਿੱਚ ਪਵਨ ਵਹਿ ਸਦਵਾਓ, ਪੈ ਵਿੱਚ ਚੱਲਹਿ ਲਖ ਦਰਿਆਓ, ਪੈ ਵਿੱਚ ਅਗਨ ਕੱਢਾ ਵੇ ਗਾਰ, ਪੈ ਵਿੱਚ ਧਰਤੀ ਦੱਬੀ ਭਾਰ। ਇਉਂ ਉਸ ਵਾਹਿਗੁਰੂ ਦਾ ਹੁਕਮ ਸਾਰੀ ਸ੍ਰਿਸ਼ਟੀ ਤੇ ਵਰਤ ਰਿਹਾ ਹੈ। ਚੰਦਰਮਾ ਤੇ ਸੂਰਜ ਤੇ ਵੀ ਵਾਹਿਗੁਰੂ ਦਾ ਹੁਕਮ ਚੱਲ ਰਿਹਾ ਹੈ। ਪੈ ਵਿੱਚ ਸੂਰਜ, ਪੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਇਸ ਲਈ ਹੁਣ ਕਈ ਜਿਹੜੇ ਲੋਕ ਨੇ ਕਹਿੰਦੇ ਜੀ ਵੀ ਧਰਤੀ ਘੁੰਮਦੀ ਹੈ ਤੇ ਸੂਰਜ ਤਾਂ ਖੜਾ ਹੈ। ਪਰ ਜਿਹੜੀ ਗੱਲ ਗੁਰੂ ਮਹਾਰਾਜ ਨੇ ਲਿਖੀ ਹੈ
ਵੀ ਇਹ ਚੰਦਰਮਾ ਤੇ ਸੂਰਜ ਵੀ ਇਹ ਵੀ ਵਾਹਿਗੁਰੂ ਦੇ ਭੈ ਵਿੱਚ ਚੱਲ ਰਹੇ ਨੇ। ਵੀ ਇਹ ਗੱਲ ਵਿਗਿਆਨ ਤੋਂ ਗੱਲ ਪਾਸੇ ਚਲੀ ਗਈ। ਪਰ ਜਦੋਂ ਆਪਾਂ ਹੁਣ ਵਿਚਾਰ ਕਰਕੇ ਦੇਖਦੇ ਹਾਂ, ਜਿਹੜੇ ਇਸ ਵੇਲੇ ਦੇ ਵਿਗਿਆਨੀ ਨੇ ਉਹ ਹੁਣ ਇਸ ਗੱਲ ਤੋਂ ਅੱਗੇ ਕੁਛ ਕਹਿ ਰਹੇ ਨੇ। ਉਹ ਇਹ ਗੱਲ ਕਹਿੰਦੇ ਨੇ ਵੀ ਜਿਹੜਾ ਇਹ ਧਰਤੀ ਤਾਂ ਸੂਰਜ ਦੇ ਦੁਆਲੇ ਘੁੰਮਦੀ ਹੈ, ਪਰ ਜਿਹੜਾ ਸੂਰਜ ਹੈ ਉਹ ਕਿਸੇ ਹੋਰ ਧੁਰੇ ਦੇ ਦੁਆਲੇ ਘੁੰਮ ਰਿਹਾ। ਇਹ ਵੀ ਗੱਲ ਹੁਣ ਵਿਗਿਆਨ ਨੇ ਮੰਨ ਲਈ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਵਾਹਿਗੁਰੂ ਦਾ ਇੱਕੋ ਹੁਕਮ ਸਾਰੀ ਸ੍ਰਿਸ਼ਟੀ ਤੇ ਵਰਤ ਰਿਹਾ ਹੈ। ਏਕਸ ਤੇ ਸਭ ਓਪਤ ਹੋਈ। ਹਜ਼ੂਰ ਕਹਿੰਦੇ ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਹੀ ਇਹ ਸਾਰੀ ਸ੍ਰਿਸ਼ਟੀ ਓਪਤ ਹੋਈ ਦਾ ਅਰਥ ਹੈ ਵੀ ਪੈਦਾ ਹੋਈ ਹੈ। ਹੁਣ ਕੋਈ ਕਹਿੰਦਾ ਪਰਮਾਣੂਆਂ ਤੋਂ ਸ੍ਰਿਸ਼ਟੀ ਬਣੀ ਹੈ, ਕੋਈ ਕਹਿੰਦਾ ਮਾਇਆ ਨੇ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ, ਵੇਦਾਂਤੀ ਕਹਿੰਦੇ ਨੇ ਅਗਿਆਨ ਤੋਂ ਸ੍ਰਿਸ਼ਟੀ ਪੈਦਾ ਹੋਈ ਹੈ, ਕੋਈ ਕੁਝ ਆਖ ਰਿਹਾ ਹੈ। ਪਰ ਸਤਿਗੁਰੂ ਕਹਿੰਦੇ ਨੇ ਇੱਕ ਵਾਹਿਗੁਰੂ ਤੋਂ ਹੀ ਸਭ ਓਪਤ ਹੋਈ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ। ਉਸ ਵਾਹਿਗੁਰੂ ਪਰਮੇਸ਼ਰ ਨੂੰ ਹੀ ਸਤਿਗੁਰੂ ਮਹਾਰਾਜ ਨੇ ਹਰ ਆਪੇ ਮਾਤਾ ਆਪੇ ਪਿਤਾ ਕਹਿ ਕੇ ਉਸ ਨੂੰ ਸਤਕਾਰਿਆ ਹੈ। ਰਾਹ ਦੋਵੈ ਖਸਮ ਏਕੋ ਜਾਣ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਭਾਵੇਂ ਰਸਤੇ ਤਾਂ ਦੋ ਨੇ, ਲਿਵ ਧਾਤ ਦੋਈ ਰਾਹ ਹੈ। ਇੱਕ ਭਗਤੀ ਦਾ ਮਾਰਗ ਹੈ ਤੇ ਦੂਸਰਾ ਮਾਇਆ ਦਾ ਰਸਤਾ ਹੈ। ਇੱਕ ਪਦਾਰਥਵਾਦ ਹੈ, ਦੂਸਰਾ ਪਰਮਾਰਥਵਾਦ ਹੈ। ਇਹ ਰਸਤੇ ਤਾਂ ਦੋ ਹੀ ਨੇ, ਰਾਹ ਦੋ ਹੈ। ਇੱਕ ਪੁੰਨ ਦਾ ਰਸਤਾ ਹੈ, ਦੂਸਰਾ ਪਾਪ ਦਾ ਰਸਤਾ ਹੈ। ਪਰ ਸਤਿਗੁਰੂ ਕਹਿੰਦੇ ਨੇ ਖਸਮ ਇੱਕੋ ਜਾਣ। ਇਹਨਾਂ ਦੋਹਾਂ ਦਾ ਮਾਲਕ ਇੱਕ ਵਾਹਿਗੁਰੂ ਹੀ ਹੈ। ਇਹਦਾ ਮਤਲਬ ਇਹ ਹੈ ਜਿਵੇਂ ਦੂਜੇ ਧਰਮਾਂ ਨੇ ਮੰਨ ਲਿਆ ਨਾ ਵੀ ਖੁਦਾ ਦੇ ਬਰਾਬਰ ਸ਼ੈਤਾਨ ਨੂੰ ਸ਼ਰੀਕ ਮੰਨਿਆ ਇਸਲਾਮ ਨੇ, ਇਸੇ ਤਰ੍ਹਾਂ ਹਿੰਦੂ ਧਰਮ ਨੇ ਉਸ ਭਗਵਾਨ ਦੇ ਬ੍ਰਹਮ ਦੇ ਬਰਾਬਰ ਮਾਇਆ ਨੂੰ ਉਹਦਾ ਸ਼ਰੀਕ ਮੰਨ ਲਿਆ, ਤੇ ਕਿਸੇ ਨੇ ਕਲਯੁਗ ਨੂੰ ਉਸ ਰੱਬ ਦਾ ਸ਼ਰੀਕ ਮੰਨ ਲਿਆ। ਪਰ ਸਤਿਗੁਰੂ ਕਹਿੰਦੇ ਨਹੀਂ, ਰਸਤੇ ਭਾਵੇਂ ਦੋਵੇਂ ਨੇ, ਖਸਮ ਇੱਕੋ ਹੀ ਹੈ। ਤੁਸੀਂ ਇੱਕ ਨੂੰ ਮੰਨਣਾ ਹੈ, ਇੱਕ ਤੋਂ ਬਿਨਾਂ ਹੋਰ ਕਿਸੇ ਨੂੰ ਆਪਣੀ ਨਿਗਾਹ ਹੇਠ ਨਹੀਂ ਲਿਆਉਣਾ। ਗੁਰ ਕੈ ਸ਼ਬਦ ਹੁਕਮ ਪਛਾਣ। ਗੁਰੂ ਕੇ ਸ਼ਬਦ ਦੁਆਰਾ ਸਤਿਗੁਰੂ ਕਹਿੰਦੇ ਨੇ ਭਾਈ ਉਸ ਵਾਹਿਗੁਰੂ ਦੇ ਹੁਕਮ ਨੂੰ ਪਛਾਣਨਾ ਚਾਹੀਦਾ ਹੈ, ਕਿਉਂਕਿ ਊਂ ਤਾਂ ਸਾਨੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਬਾਰੇ ਪਤਾ ਨਹੀਂ ਲੱਗ ਸਕਦਾ। ਹਾਂ, ਜਦੋਂ ਗੁਰੂ ਸ਼ਬਦ ਦੀ ਗੁਰਬਾਣੀ ਦੀ ਵਿਚਾਰ ਕਰਦੇ ਹਾਂ ਤੇ ਫਿਰ ਸਾਨੂੰ ਵਾਹਿਗੁਰੂ ਦੇ ਹੁਕਮ ਦੀ ਕੁਝ ਨਾ ਕੁਝ ਸੋਝੀ ਹਾਸਲ ਹੁੰਦੀ ਹੈ। ਸਗਲ ਰੂਪ ਵਰਨ ਮਨ ਮਾਹੀ। ਲਓ ਹੁਣ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿੰਨੇ ਰੂਪ ਨੇ ਤੇ ਜਿੰਨੇ ਵਰਨ ਰੰਗ ਨੇ ਤੇ ਜਿੰਨੇ ਜੀਵ ਨੇ ਤੇ ਜਿੰਨੇ ਉਹਨਾਂ ਦੇ ਮਨ ਨੇ, ਸਗਲ ਰੂਪ ਵਰਨ ਮਨ ਮਾਹੀ। ਵੀ ਸਾਰੇ ਰੰਗਾਂ ਰੂਪਾਂ ਦੇ ਵਿੱਚ ਵੀ ਤੇ ਸਾਰਿਆਂ ਦੇ ਮਨਾਂ ਦੇ ਵਿੱਚ ਵੀ ਉਹ ਇੱਕੋ ਹੀ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ। ਕਹੋ ਨਾਨਕ ਏਕੋ ਸਾਲਾਹੀ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਮੈਂ ਤੇ ਉਸ ਏਕੋ ਸਾਲਾਹੀ, ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਹੀ ਸਿਫਤ ਸਲਾਹ ਕਰ ਰਿਹਾ ਹਾਂ, ਕਿਉਂਕਿ ਗੁਰਮਤ ਦਾ ਮਤ ਅਦਵੈਤ ਮਤ ਹੈ। ਇਹਦੇ ਵਿੱਚ ਕਿਸੇ ਹੋਰ ਦੂਜੇ ਲਈ ਕੋਈ ਥਾਂ ਨਹੀਂ ਹੈ। ਇਸੇ ਲਈ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਤੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਜਿਹੜਾ ਮੁੱਖ ਸਿਧਾਂਤ ਹੈ, ਦੂਜਾ ਕੌਣ ਕਹਾ ਨਹੀਂ ਕੋਈ, ਦੂਜਾ ਕੌਣ ਹੈ, ਕਿੱਥੇ ਹੈ, ਸਾਨੂੰ ਤੇ ਕੋਈ ਦਿਸਦਾ ਨਹੀਂ। ਸਭ ਮੈਂ ਏਕ ਨਿਰੰਜਨ ਸੋਈ। ਸਾਰਿਆਂ ਦੇ ਵਿੱਚ ਇੱਕੋ ਇੱਕ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ। ਕਿਧਰੇ ਉਹ ਸ਼ਾਂਤ ਰੂਪ ਹੋ ਕੇ ਵਰਤ ਰਿਹਾ ਹੈ ਤੇ ਕਿਧਰੇ ਉਹ ਕਲਾ ਦਾ ਰੂਪ ਹੋ ਕੇ ਵਰਤ ਰਿਹਾ ਹੈ। ਉਹਦੇ ਬੇਅੰਤ ਰੂਪ ਨੇ, ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ। ਤੇ ਸਤਿਗੁਰੂ ਦੇ ਇਹ ਵੀ ਬਚਨ ਨੇ, ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗੀਆ, ਤੇਰਾ ਅੰਤ ਨਾ ਪਾਇਆ ਸੁਰਗ ਮਛ ਪਿਆਲ ਜੀਓ। ਤੇ ਗੁਰੂ ਮਹਾਰਾਜ ਨੇ ਉਸ ਵਾਹਿਗੁਰੂ ਪਰਮੇਸ਼ਰ ਤੋਂ ਸਿਵਾਏ ਹੋਰ ਕਿਸੇ ਨੂੰ ਨਹੀਂ ਮੰਨਿਆ। ਇਸੇ ਲਈ ਹਜ਼ੂਰ ਕਹਿੰਦੇ ਸਾਰੇ ਰੂਪਾਂ ਵਿੱਚ, ਸਾਰੇ ਰੰਗਾਂ ਵਿੱਚ ਤੇ ਸਾਰਿਆਂ ਦੇ ਮਨਾਂ ਵਿੱਚ ਵੀ ਉਹੀ ਇੱਕ ਵਸ ਰਿਹਾ ਹੈ ਤੇ ਮੈਂ ਤੇ ਉਸ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਸਲਾਹ ਰਿਹਾ ਹਾਂ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਅਮੋਲਕ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ ਤੇ ਸੁਣ ਕੇ ਮਨ ਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਸਗਲ ਰੂਪ ਵਰਨ ਮਨ ਮਾਹੀ, ਕਹੋ ਨਾਨਕ ਏਕੋ ਸਾਲਾਹੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।